ਸਾਰਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਅੱਜ ਦਾ ਮੇਰਾ ਟੌਪਿਕ ਹੈ HTML ਵਿੱਚ ਹੈਡਿੰਗਸ। HTML ਹੈਡਿੰਗਸ ਟੈਗਸ ਦੀ ਵਰਤੋਂ ਡਾਕੂਮੈਂਟ ਵਿੱਚ ਕਿਸੇ ਟੈਕਸਟ ਨੂੰ ਵੱਡਾ ਅਤੇ ਹੈਡਿੰਗ ਦੇ ਤੌਰ ਤੇ ਦਿਖਾਉਣ ਲਈ ਕੀਤੀ ਜਾਂਦੀ ਹੈ ਅਤੇ ਹੈਡਿੰਗ ਇੱਕ ਨਵੀਂ ਲਾਈਨ ਤੋਂ ਸ਼ੁਰੂ ਹੁੰਦਾ ਹੈ। ਹੈਡਿੰਗ ਦੇ ਕੁੱਲ 6 ਪੱਧਰ ਹੁੰਦੇ ਹਨ। ਆਪਣੇ ਵੈਬ ਪੇਜ ਵਿੱਚ ਜੇਕਰ ਅਸੀਂ ਹੈਡਿੰਗਸ ਬਣਾਉਣਾ ਚਾਹੁੰਦੇ ਹਾਂ ਤੇ ਉਹਦੇ ਵਾਸਤੇ ਸਾਡੇ ਕੋਲ ਟੈਗਸ ਹੁੰਦੇ ਆ। ਹੈਡਿੰਗ ਟੈਗ, ਹੈਡਿੰਗ H1, H2, H3, H4, H5 ਐਂਡ H6 6 ਤਰ੍ਹਾਂ ਦੇ ਹੈਡਿੰਗਸ ਹੁੰਦੇ ਆ। ਹੈਡਿੰਗ ਦੇ ਕੁੱਲ 6 ਪੱਧਰ ਹੁੰਦੇ ਆ, 6 ਹੈਡਿੰਗ ਸਟਾਈਲ ਹੁੰਦੇ ਆ। H1 ਸਾਰਿਆਂ ਤੋਂ ਵੱਡਾ ਸਟਾਈਲ ਹੁੰਦਾ ਆ ਤੇ H6 ਜਿਹੜਾ ਆ ਸਾਰਿਆਂ ਤੋਂ ਛੋਟਾ ਸਟਾਈਲ ਹੁੰਦਾ ਆ। ਜੇਕਰ ਅਸੀਂ ਆਪਣੇ ਡਾਕੂਮੈਂਟ ਵਿੱਚ ਕਿਸੇ ਟੈਕਸਟ ਨੂੰ ਇਸ ਤਰੀਕੇ ਨਾਲ ਹੈਡਿੰਗ ਦੇ ਤੌਰ ਤੇ ਦਿਖਾਉਣਾ ਚਾਹੁੰਦੇ ਹਾਂ ਤੇ ਉਹਦੇ ਵਾਸਤੇ H1 ਜਾਂ ਹੈਡਿੰਗ ਟੈਗ ਜਿਹੜੇ ਉਹਨਾਂ ਦੀ ਵਰਤੋਂ ਕੀਤੀ ਜਾ ਸਕਦੀ ਆ। ਇਹ H1 ਤੋਂ ਸ਼ੁਰੂ ਹੁੰਦਾ ਹੈ ਤੇ /H1 ਨਾਲ ਬੰਦ ਹੁੰਦਾ ਹੈ। ਇਹਦੇ ਵਿੱਚ ਜੋ ਵੀ ਟੈਕਸਟ ਆਪਾਂ ਲਿਖਾਂਗੇ ਉਹ ਐਜ਼ ਏ ਹੈਡਿੰਗ ਆਪਣੇ ਵੈਬ ਡਾਕੂਮੈਂਟ ਵਿੱਚ ਦੇਖਿਆ ਜਾ ਸਕਦਾ ਹੈ। ਆਓ ਹੁਣ ਆਪਾਂ ਇਹਨੂੰ ਪ੍ਰੈਕਟੀਕਲ ਤਰੀਕੇ ਨਾਲ ਕਰਕੇ ਦੇਖਦੇ ਹਾਂ। ਵੈਬ ਪੇਜ ਬਣਾਉਣ ਲਈ ਹੁਣ ਆਪਾਂ ਸਭ ਤੋਂ ਪਹਿਲਾਂ ਨੋਟਪੈਡ ਸ਼ੁਰੂ ਕਰਾਂਗੇ। ਨੋਟਪੈਡ ਸ਼ੁਰੂ ਕਰਨ ਵਾਸਤੇ ਅਸੀਂ ਵਿੰਡੋ ਬਟਨ ਤੇ ਕਲਿੱਕ ਕਰਾਂਗੇ, ਫਿਰ ਵਿੰਡੋ ਐਕਸੈਸਰੀਜ਼ ਤੇ ਜਾਵਾਂਗੇ, ਫਿਰ ਉਹਦੇ ਜਾ ਕੇ ਨੋਟਪੈਡ ਤੇ ਕਲਿੱਕ ਕਰਾਂਗੇ ਤੇ ਨੋਟਪੈਡ ਸ਼ੁਰੂ ਹੋ ਜਾਏਗਾ। ਹੁਣ ਇਹਦੇ ਵਿੱਚ ਫਿਰ ਉਸੇ ਤਰੀਕੇ ਨਾਲ HTML ਸਾਡਾ ਫਸਟ ਟੈਗ ਤੇ HTML ਦੂਸਰਾ ਟੈਗ, ਇਹਦੇ ਵਿੱਚ ਟੈਬ ਕਰਕੇ HEAD ਹੈਡ, ਫਿਰ ਟੈਬ HEAD ਹੈਡ /head, ਹੈਡ ਦੇ ਵਿੱਚ ਟਾਈਟਲ ਟੈਗ, ਜੋ ਅਸੀਂ ਟਾਈਟਲ ਬਾਰ ਵਿੱਚ ਹੀ ਦਿਖਾਉਣਾ ਚਾਹੁੰਦੇ ਹਾਂ ਉਹ ਟਾਈਟਲ ਬਾਰ ਵਿੱਚ ਲਿਖ ਲਾਂਗੇ। ਟਾਈਟਲ ਟੈਗ ਸ਼ੁਰੂ ਤੇ ਟਾਈਟਲ ਟੈਗ ਬੰਦ। ਤੇ ਹੁਣ ਮੈਂ ਹੈਡਿੰਗ ਵਿੱਚ ਦਿਖਾਉਣਾ ਚਾਹੁੰਦਾ ਯੂਜ਼ ਆਫ ਹੈਡਿੰਗਸ, ਮੈਂ ਇਹ ਲਿਖਣਾ ਚਾਹੁੰਦਾ। ਉਸ ਤੋਂ ਬਾਅਦ ਹੈਡ ਤੋਂ ਬਾਅਦ ਬੋਡੀ ਸ਼ੁਰੂ ਤੇ ਬੋਡੀ ਬੰਦ। ਹੁਣ ਇਸ ਤੋਂ ਬਾਅਦ ਵਿੱਚ ਅਸੀਂ ਬੋਡੀ ਦੇ ਵਿੱਚ ਜੋ ਲਿਖਣਾ ਚਾਹੁੰਦੇ ਹਾਂ, ਹੁਣ ਮੈਂ ਇਹਦੇ ਵਿੱਚ ਕੁਝ ਟੈਕਸਟ ਲਿਖ ਲਿਆ। ਜਿਸ ਤਰੀਕੇ ਨਾਲ ਮੈਂ ਸੰਡੇ ਮੈਂ ਕੁਝ ਟੈਕਸਟ ਲਿਖ ਦਿੱਤਾ। ਦੇਖੋ ਧਿਆਨ ਨਾਲ ਦੇਖੋ, ਮੈਂ ਫਿਰ ਤੁਹਾਨੂੰ ਦੁਬਾਰਾ ਦੱਸਣ ਲੱਗਾ। ਥੋੜਾ ਜਿਹਾ ਅਸੀਂ ਉਹ ਟੈਬ ਅੱਗੇ ਕਰ ਦਿੱਤਾ ਕਿ ਥੋੜਾ ਸਾਨੂੰ ਸਮਝਣ ਵਿੱਚ ਆਸਾਨੀ ਹੋ ਜਾਵੇ। ਜੇਕਰ ਮੈਂ ਟੈਬ ਨਹੀਂ ਵੀ ਦਿੰਦਾ ਫਿਰ ਵੀ ਚੱਲ ਜਾਏਗਾ, ਪਰ ਫਿਰ ਵੀ ਆਪਾਂ ਥੋੜਾ ਮਤਲਬ HTML ਟੈਗ ਸ਼ੁਰੂ ਤੇ HTML ਬੰਦ, ਤੇ ਹੈਡ ਸ਼ੁਰੂ ਤੇ ਹੈਡ ਬੰਦ, ਤੇ ਉਹਦੇ ਵਿੱਚ ਟਾਈਟਲ ਸ਼ੁਰੂ ਟਾਈਟਲ ਬੰਦ, ਉਹਦੇ ਵਿੱਚ ਟਾਈਟਲ ਲਿਖ ਦਿੱਤਾ ਤੇ ਬੋਡੀ ਵਿੱਚ ਆ ਟੈਕਸਟ ਲਿਖ ਦਿੱਤਾ। ਦੇਖੋ ਜੋ ਸਟਰਕਚਰ ਵਾਲੇ ਟੈਗਸ ਹਨ ਉਹ ਆਪਾਂ ਨੂੰ ਹਰੇਕ ਵੈਬ ਪੇਜ ਵਿੱਚ ਲਿਖਣੇ ਹੀ ਪੈਣੇ ਹਨ। ਹੁਣ ਆ ਬੋਡੀ ਦੇ ਵਿੱਚ ਜੋ ਅਸੀਂ ਲਿਖਿਆ ਉਹ ਥੋੜਾ ਚੇਂਜ ਕੀਤਾ। ਜੇ ਤੁਸੀਂ ਪਿਛਲੀ ਫਾਈਲ ਨੂੰ ਪ੍ਰੈਕਟੀਕਲੀ ਕਰਕੇ ਦੇਖਿਆ ਹੋਏਗਾ ਤਾਂ ਦੇਖੋ ਬਾਕੀ ਸਾਰੇ ਟੈਗਸ ਉਸੇ ਤਰੀਕੇ ਨਾਲ ਲਿਖੇ ਆ, ਸਿਰਫ ਬੋਡੀ ਦੇ ਵਿੱਚ ਆਪਾਂ ਟੈਕਸਟ ਚੇਂਜ ਕੀਤਾ। ਹੁਣ ਫਾਈਲ ਤੇ ਜਾ ਕੇ ਸੇਵ ਤੇ ਕਲਿੱਕ ਕਰਾਂਗੇ। ਸੇਵ ਤੇ ਕਲਿੱਕ ਕਰਨ ਤੋਂ ਬਾਅਦ ਫਿਰ ਜਿੱਦਾਂ ਤੁਹਾਨੂੰ ਮੈਂ ਦੱਸਿਆ ਸੀ ਅਸੀਂ ਡਾਕੂਮੈਂਟ ਵਿੱਚ ਕਲਿੱਕ ਕਰਾਂਗੇ। ਡਾਕੂਮੈਂਟ ਵਿੱਚ ਜਾ ਕੇ ਮੇਰਾ ਫੋਲਡਰ ਮਾਈ ਵੈਬਸਾਈਟ, ਠੀਕ ਆ, ਆਪਾਂ ਜਿਹੜਾ ਵੀ ਫੋਲਡਰ ਬਣਾਇਆ ਹੋਏਗਾ, ਹੁਣ ਮੈਂ ਮਾਈ ਵੈਬਸਾਈਟ ਵਾਲਾ ਬਣਾਇਆ ਸੀਗਾ, ਉਹਦੇ ਉੱਪਰ ਡਬਲ ਕਲਿੱਕ ਕਰਾਂਗੇ ਤੇ ਇਹਦੇ ਵਿੱਚ ਜਾ ਕੇ ਫਾਈਲ ਦਾ ਨਾਮ ਹੈਡਿੰਗਸ .html, ਠੀਕ। ਮੈਂ ਹੈਡਿੰਗਸ ਨਾਮ ਦੇ ਇਸ ਫਾਈਲ ਨੂੰ ਸੇਵ ਕਰ ਦਿੱਤਾ। ਸੇਵ, ਹੁਣ ਸੇਵ ਕਰ ਦਿੱਤਾ, ਆਪਾਂ ਨੂੰ ਮਿਨੀਮਾਈਜ਼ ਕਰਤਾ ਇਸ ਆਪਣੀ ਫਾਈਲ ਨੂੰ ਤੇ ਫਿਰ ਆਪਣੇ ਹੁਣ ਅਸੀਂ ਫਾਈਲ ਐਕਸਪਲੋਰ ਤੇ ਜਾਵਾਂਗੇ। ਫਾਈਲ ਐਕਸਪਲੋਰ ਤੇ ਜਾ ਕੇ ਡਾਕੂਮੈਂਟਸ ਤੇ ਕਲਿੱਕ ਕਰਾਂਗੇ। ਡਾਕੂਮੈਂਟਸ ਵਿੱਚ ਜਾ ਕੇ ਜਿਹੜਾ ਫੋਲਡਰ ਬਣਾਇਆ ਹੋਇਆ ਮਾਈ ਵੈਬਸਾਈਟ ਉੱਤੇ ਡਬਲ ਕਲਿੱਕ ਕਰਾਂਗੇ। ਹੁਣ ਇਹਦੇ ਵਿੱਚ ਦੇਖੋ ਪਹਿਲਾਂ ਇੱਕ ਫਾਈਲ ਸੀਗੀ, ਹੁਣ ਉਹ ਦੂਸਰੀ ਫਾਈਲ ਵੀ ਆ ਗਈ, ਹੈਡਿੰਗਸ ਵਾਲੀ ਵੀ ਦੂਸਰੀ ਫਾਈਲ ਆ ਗਈ ਹੋਈ ਆ। ਹੁਣ ਆਪਾਂ ਨੂੰ ਡਬਲ ਕਲਿੱਕ ਕੀਤਾ। ਹੁਣ ਡਬਲ ਕਲਿੱਕ ਕੀਤਾ, ਦੇਖੋ ਸੰਡੇ, ਮੰਡੇ, ਟਿਊਜ਼ਡੇ, ਵੈਡਨਸਡੇ ਸਭ ਕੁਝ ਹੀ ਇੱਕੋ ਸਟਾਈਲ ਦੇ ਵਿੱਚ ਇੱਕੋ ਲਾਈਨ ਵਿੱਚ ਲਿਖਿਆ ਹੋਇਆ। ਹਾਲਾਂਕਿ ਆਪਾਂ ਇੱਧਰ ਜੋ ਦੇਖਿਆ, ਦੇਖੋ ਅਲੱਗ ਅਲੱਗ ਲਾਈਨ ਵਿੱਚ ਲਿਖਿਆ ਹੋਇਆ, ਵੱਡਾ ਲਿਖਿਆ ਹੋਇਆ, ਪਰ ਇੱਧਰ ਜੋ ਆ ਰਿਹਾ ਉਹ ਛੋਟਾ ਲਿਖਿਆ ਆ ਰਿਹਾ ਤੇ ਇੱਕ ਸਿੱਧੀ ਲਾਈਨ ਵਿੱਚ ਲਿਖਿਆ ਆ ਰਿਹਾ, ਕਿਉਂਕਿ ਇੱਧਰ ਜੋ ਵੀ ਲਿਖਿਆ ਉਹਦੇ ਅਕੋਰਡਿੰਗਲੀ ਇੱਧਰ ਦਿਖੇਗਾ, ਪਰ ਇਹਦੇ ਵਾਸਤੇ ਸਾਨੂੰ ਟੈਗ ਲਗਾਉਣੇ ਪੈਣੇ ਆ। ਹੁਣ ਟੈਗ ਇੰਸਟਰਕਸ਼ਨਸ ਜੋ ਤੁਹਾਨੂੰ ਪਹਿਲਾਂ ਵੀ ਦੱਸਿਆ ਸੀਗਾ ਵੀ ਆਪਾਂ ਨੋਟਪੈਡ ਦੇ ਵਿੱਚ
HTML ਦੀ ਕੋਡਿੰਗ ਲਿਖਦੇ ਹਾਂ ਤੇ ਜੋ ਕੋਡਿੰਗ ਲਿਖਦੇ ਹਾਂ ਉਹ ਕੀ ਹੁੰਦੀ ਹੈ, ਇੰਸਟਰਕਸ਼ਨਸ ਹੁੰਦੀਆਂ ਵੈਬ ਪੇਜ ਵਾਸਤੇ, ਤੇ ਅਸੀਂ ਵੈਬ ਪੇਜ ਨੂੰ ਇੰਸਟਰਕਟ ਕਰਦੇ ਹਾਂ ਕਿ ਉਹ ਟੈਕਸਟ ਨੂੰ ਕਿਸ ਤਰੀਕੇ ਨਾਲ ਦਿਖਾਵੇ। ਹੁਣ ਫਿਲਹਾਲ ਅਸੀਂ ਸਿੰਪਲ ਲਿਖਿਆ ਹੋਇਆ, ਹੁਣ ਮੈਨੂੰ ਚਾਹਨਾ ਥੋੜਾ ਵੱਡਾ ਦਿਖਾਵੇ ਤੇ ਇਹਦੇ ਵਾਸਤੇ ਅਸੀਂ ਹੈਡਿੰਗ ਟੈਗ, ਹੁਣ ਸੰਡੇ ਤੋਂ ਪਹਿਲਾਂ H1 ਸ਼ੁਰੂ ਕਰ ਦਿੱਤਾ ਤੇ ਉਹਦੇ ਬਾਅਦ ਵਿੱਚ H1 ਬੰਦ ਕਰ ਦਿੱਤਾ। ਠੀਕ, ਹੁਣ ਦੇਖੋ ਸੰਡੇ ਤੋਂ ਪਹਿਲਾਂ H1 ਸ਼ੁਰੂ ਤੇ H1 ਬੰਦ ਕਰਕੇ ਅਸੀਂ ਫਾਈਲ ਨੂੰ ਸੇਵ ਕਰ ਦਿੱਤਾ ਤੇ ਫਿਰ ਇੱਧਰ ਜਾ ਕੇ ਰੀਫਰੈਸ਼ ਕੀਤਾ। ਆ ਦੇਖੋ ਸੰਡੇ ਵੱਡਾ ਹੋ ਗਿਆ ਤੇ ਉਸ ਤੋਂ ਬਾਅਦ ਜਿਹੜਾ ਟੈਕਸਟ ਜਿਹੜਾ ਉਹ ਨੈਕਸਟ ਲਾਈਨ ਵਿੱਚ ਚਲਾ ਗਿਆ। ਕਿ ਹੈਡਿੰਗ ਕੀ ਕਰਦਾ ਆ, ਇੱਕ ਤੇ ਵੱਡਾ ਕਰਕੇ ਦਿਖਾ ਦਿੰਦਾ ਤੇ ਦੂਸਰਾ ਉਹਨੂੰ ਨੈਕਸਟ ਲਾਈਨ ਵਿੱਚ, ਉਸ ਤੋਂ ਅਗਲੇ ਵਾਲੇ ਟੈਕਸਟ ਨੂੰ ਨੈਕਸਟ ਲਾਈਨ ਵਿੱਚ ਸ਼ਿਫਟ ਕਰ ਦਿੰਦਾ। ਹੁਣ ਦੇਖੋ ਜੇ ਇਸੇ ਤਰੀਕੇ ਨਾਲ ਮੈਂ ਫਿਰ H2 ਟੈਗ ਲਗਾ ਦਿੱਤਾ, ਹੁਣ ਇਹ H1 ਤੋਂ ਛੋਟਾ ਹੈਡਿੰਗ ਹੋਏਗਾ। H2 ਲਗਾ ਕੇ ਫਿਰ ਆਪਾਂ ਫਾਈਲ ਤੇ ਗਏ, ਸੇਵ ਤੇ ਕਲਿੱਕ ਕਰ ਦਿੱਤਾ, ਫਿਰ ਇਹਦੇ ਜਾ ਕੇ ਰੀਫਰੈਸ਼, ਉਹ ਦੇਖੋ ਮੰਡੇ ਹੁਣ ਉਸ ਤੋਂ ਛੋਟਾ ਹੈ। ਇਸ ਤਰੀਕੇ ਨਾਲ ਆਪਾਂ ਅਲੱਗ-ਅਲੱਗ ਹੈਡਿੰਗ ਜਿਹੜੇ ਆ ਉਹ ਵਰਤ ਸਕਦੇ ਹਾਂ। ਸਿਰਫ ਅਸੀਂ ਟੈਕਸਟ ਤੋਂ ਪਹਿਲਾਂ H1 H2 H3 ਜੋ ਵੀ ਆਪਾਂ ਲਿਖਣਾ ਚਾਹੁੰਦੇ ਹਾਂ। ਹੁਣ ਮੈਂ ਇਹਨੂੰ ਕਾਪੀ ਕਰ ਲਿਆ, Ctrl+C ਕਾਪੀ, Ctrl+V ਪੇਸਟ, ਪੇਸਟ ਐਂਡ ਪੇਸਟ। ਹੁਣ ਇੱਥੇ 3 ਸੀ, ਇੱਥੇ 4 ਕਰ ਦਿੱਤਾ, ਇੱਥੇ 5 ਕਰ ਦਿੱਤਾ, ਇੱਥੇ 6 ਕਰਤਾ। ਫਿਰ ਇਹਨੂੰ ਕਾਪੀ ਕਰ ਲਿਆ, ਸਿਲੈਕਟ ਕਰਕੇ Ctrl+C, ਫਿਰ ਇੱਥੇ ਜਾ ਕੇ Ctrl+V, Ctrl+V, Ctrl+V ਤੇ ਇੱਥੇ ਹੁਣ ਫਿਰ ਆਪਾਂ H3 ਨੂੰ ਬੰਦ ਕਰਾਂਗੇ, H3 ਨੂੰ ਬੰਦ, H4 ਨੂੰ ਬੰਦ ਕਰਾਂਗੇ, H5 ਨੂੰ ਬੰਦ ਕਰਾਂਗੇ ਤੇ H6 ਨੂੰ ਬੰਦ ਕਰਾਂਗੇ। ਫਿਰ ਮੈਂ ਤੁਹਾਨੂੰ ਦੱਸ ਰਿਹਾ, ਇਹ ਧਿਆਨ ਰੱਖਣਾ ਕਿ ਜਿਹੜਾ ਟੈਗ ਸ਼ੁਰੂ ਕੀਤਾ ਉਹਨੂੰ ਨਾਲ ਨਾਲ ਕਲੋਜ਼ ਵੀ ਕਰਨਾ, ਜੇ ਆਪਾਂ ਨਹੀਂ ਕਰਾਂਗੇ ਤੁਹਾਨੂੰ ਪ੍ਰੋਬਲਮ ਆਏਗੀ। ਹੁਣ ਇਹਨੂੰ ਕਰਕੇ ਫਾਈਲ ਤੇ ਜਾ ਕੇ ਸੇਵ ਤੇ ਕਲਿੱਕ ਕੀਤਾ ਤੇ ਇੱਧਰ ਜਾ ਕੇ ਰੀਫਰੈਸ਼ ਤੇ ਕਲਿੱਕ ਕੀਤਾ। ਹੁਣ ਦੇਖੋ ਸਾਰੇ ਹੈਡਿੰਗਸ ਜਿਹੜੇ ਆ ਉਹ ਬਣ ਚੁੱਕੇ ਆ। ਆ ਵੱਡਾ ਹੈਡਿੰਗ ਤੇ H6 ਵਾਲਾ ਸਰ ਤੋਂ ਛੋਟਾ ਹੈਡਿੰਗ, ਇਹਨੂੰ ਨਾਰਮਲ ਆਪਾਂ ਡਿਸਪਲੇ ਕੀਤਾ ਹੋਇਆ। ਇਸ ਤਰੀਕੇ ਨਾਲ ਅਸੀਂ ਆਪਣੇ ਡਾਕੂਮੈਂਟ ਵਿੱਚ ਹੈਡਿੰਗਸ ਟੈਗ ਦੀ ਵਰਤੋਂ ਕਰ ਸਕਦੇ ਹਾਂ। HTML ਵਿੱਚ ਪੈਰਾਗ੍ਰਾਫ ਜਾਂ P ਟੈਗ। ਇੱਕ ਪੈਰਾਗ੍ਰਾਫ ਹਮੇਸ਼ਾ ਇੱਕ ਨਵੀਂ ਲਾਈਨ ਤੋਂ ਸ਼ੁਰੂ ਹੁੰਦਾ ਹੈ। ਇਹ ਇੱਕ ਲਿਖੇ ਹੋਏ ਟੈਕਸਟ ਦਾ ਬਲੌਕ ਹੁੰਦਾ ਹੈ। ਇਹ ਇੱਕ ਕੰਟੇਨਰ ਟੈਗ ਹੈ, ਸਿੰਟੈਕਸ P ਟੈਕਸਟ। ਠੀਕ ਆ, ਹੁਣ ਦੇਖੋ ਅਸੀਂ ਅਲੱਗ-ਅਲੱਗ ਟੈਗ ਜਿਹੜੇ ਆ ਜਿਨ੍ਹਾਂ ਦੀ ਵਰਤੋਂ ਕਰਕੇ ਇੱਕ HTML ਡਾਕੂਮੈਂਟ ਬਣਾ ਸਕਦੇ ਆ। ਉਹਦੇ ਵਿੱਚ ਇੱਕ ਟੈਗ ਹੈ P ਟੈਗ, ਇਹਨੂੰ ਪੈਰਾਗ੍ਰਾਫ ਟੈਗ ਕਹਿੰਦੇ ਆ। ਤੇ ਜੇਕਰ ਆਪਾਂ ਪੈਰਾਗ੍ਰਾਫ ਬਣਾਉਣਾ ਚਾਹੁੰਦੇ ਆ ਤੇ ਉਹਦੇ ਵਾਸਤੇ P ਟੈਗ ਦੀ ਵਰਤੋਂ ਕਰਨੀ ਪੈਂਦੀ ਆ। ਜਿੱਥੇ ਵੀ ਹੁਣ ਦੇਖੋ ਆ ਕੁਛ ਲਾਈਨਸ ਲਿਖੀਆਂ ਹੋਈਆਂ, ਜਿੱਥੇ P ਸ਼ੁਰੂ ਹੋ ਗਿਆ ਤੇ ਇੱਥੇ P ਬੰਦ ਹੋ ਗਿਆ, ਮਤਲਬ ਇਹ ਇੱਕ ਪੈਰਾਗ੍ਰਾਫ ਬਣ ਗਿਆ। ਠੀਕ, ਤੇ ਇਹ ਇੱਕ ਕੰਟੇਨਰ ਟੈਗ ਹੈ ਕਿਉਂਕਿ ਇੱਕ ਸ਼ੁਰੂਆਤੀ ਟੈਗ ਹੈ ਤੇ ਇੱਕ ਬੰਦ ਕਰਨ ਵਾਲਾ ਟੈਗ ਹੈ। ਆਓ ਆਪਾਂ ਇਹਨਾਂ ਦੇ ਬਾਰੇ ਜਾਣਕਾਰੀ ਹਾਸਲ ਕਰੀਏ। ਜਿੱਦਾਂ ਕਿ ਆਪਾਂ ਇੱਕ ਵੈਬ ਪੇਜ ਬਣਾ ਚੁੱਕੇ ਹਾਂ, ਆਪਾਂ ਉਸੇ ਹੀ ਵੈਬ ਪੇਜ ਨੂੰ ਖੋਲ ਕੇ ਉਹਦੇ ਵਿੱਚ ਕੁਝ ਸੈਟਿੰਗ ਚੇਂਜ ਕਰਾਂਗੇ। ਤੇ ਉਹਦੇ ਵਾਸਤੇ ਪਹਿਲਾਂ ਆਪਾਂ ਦੇਖੋ ਫਿਰ ਫਾਈਲ ਐਕਸਪਲੋਰਰ ਤੇ ਗਏ, ਫਾਈਲ ਐਕਸਪਲੋਰਰ ਵਿੱਚ ਜਾ ਕੇ ਤੇ ਅਸੀਂ ਡਾਕੂਮੈਂਟਸ ਵਿੱਚ ਗਏ, ਡਾਕੂਮੈਂਟਸ ਵਿੱਚ ਜਾ ਕੇ ਮਾਈ ਵੈਬਸਾਈਟ, ਉਹਦੇ ਵਿੱਚ ਜਾ ਕੇ ਆ ਫਸਟ ਪੇਜ ਸੀਗਾ, ਇਹਦੇ ਉੱਪਰ ਆਪਾਂ ਮਾਊਸ ਦਾ ਸੱਜਾ ਬਟਨ ਪ੍ਰੈਸ ਕੀਤਾ ਤੇ ਓਪਨ ਵਿਦ ਕਰਕੇ ਅਸੀਂ ਨੋਟਪੈਡ ਤੇ ਕਲਿੱਕ ਕਰ ਦਿੱਤਾ। ਹੁਣ ਆ ਸਾਡੀ ਫਾਈਲ ਜਿਹੜੀ ਆ ਉਹ ਨੋਟਪੈਡ ਵਿੱਚ ਖੁੱਲ ਗਈ ਐਡਿਟ ਕਰਨ ਵਾਸਤੇ। ਤੇ ਦੂਸਰੇ ਪਾਸੇ ਆਪਾਂ ਨੂੰ ਡਬਲ ਕਲਿੱਕ ਕਰਕੇ ਤੇ ਇਹਨੂੰ ਵੈਬ ਬਰਾਊਜ਼ਰ ਵਿੱਚ ਵੀ ਖੋਲ ਕੇ ਦੇਖ ਲਿਆ। ਹੁਣ ਮੈਂ ਇਹਨੂੰ ਥੋੜੀ ਸੈਟਿੰਗ ਇਹਦੀ ਚੇਂਜ ਕੀਤੀ। ਹੁਣ ਆ ਮੇਰਾ ਵੈਬ ਬਰਾਊਜ਼ਰ ਆ, ਮੈਂ ਇਹਨੂੰ ਸਕਰੀਨ ਦੇ ਸੱਜੇ ਪਾਸੇ ਜਿਹੜਾ ਉਹ ਐਡਜਸਟ ਕਰ ਦਿੱਤਾ ਤੇ ਆ ਨੋਟਪੈਡ ਜੋ ਹੈ ਉਹ ਮੈਂ ਖੱਬੇ ਪਾਸੇ। ਹੁਣ ਆ ਦੇਖੋ ਮੇਰਾ ਨੋਟਪੈਡ ਆ ਤੇ ਆ ਮੇਰੀ ਵੈਬ ਬਰਾਊਜ਼ਰ। ਠੀਕ ਆ, ਹੁਣ ਮੈਂ ਦੋਵੇਂ ਚੀਜ਼ਾਂ ਨੂੰ ਇਕੱਠਾ ਦੇਖ ਰਿਹਾ ਕਿ ਮੈਨੂੰ ਦੇਖਣ ਵਿੱਚ ਆਸਾਨੀ ਹੋ ਜਾਵੇ, ਮੈਂ ਕੰਮ ਵਧੀਆ ਤਰੀਕੇ ਨਾਲ ਕਰ ਸਕਾਂ। ਠੀਕ ਆ, ਤੁਸੀਂ ਇਹਨੂੰ ਅਲੱਗ-ਅਲੱਗ ਵੀ ਰੱਖ ਸਕਦੇ ਹੋ, ਪਰ ਮੈਨੂੰ ਲੱਗਦਾ ਕਿ ਇਸ ਤਰੀਕੇ ਨਾਲ ਕੰਮ ਕਰਨਾ ਥੋੜ੍ਹਾ ਆਸਾਨ ਹੋ ਜਾਂਦਾ। ਹੁਣ ਮੈਂ ਇਹਦੇ ਵਿੱਚ ਆ ਕੁਝ ਲਾਈਨਸ ਲਿਖੀਆਂ। ਹੁਣ ਜੇ ਤੁਸੀਂ ਦੇਖੋਗੇ ਆ ਇੱਥੇ ਇੱਕ ਲਾਈਨ ਲਿਖ ਕੇ ਆ ਦੂਸਰੀ ਲਾਈਨ, ਇੱਥੇ ਤੀਸਰੀ, ਆ ਚੌਥੀ, ਪਰ ਇੱਥੇ ਸਭ ਕੁਝ ਇੱਕੋ ਲਾਈਨ 'ਚ ਲਿਖਿਆ ਆ ਰਿਹਾ। ਇੱਥੋਂ ਸ਼ੁਰੂ ਹੋ ਕੇ ਆ ਸਾਰਾ ਲਾਈਨ ਬਾਏ ਲਾਈਨ ਅੱਗੇ ਜਾ ਰਿਹਾ, ਕਿਉਂਕਿ ਨੋਟਪੈਡ ਵਿੱਚ ਆਪਾਂ ਜੋ ਵੀ ਲਿਖਦੇ ਆ ਜਿੰਨੀ ਮਰਜ਼ੀ ਇੱਥੇ ਸਪੇਸਿਸ ਦੇਈ ਜਾਈਏ ਪਰ ਉਹਨੇ ਉਹ ਪਿਕ ਨਹੀਂ ਕਰਨੀਆਂ ਜਿੰਨਾ ਚਿਰ ਕਿ ਅਸੀਂ ਟੈਗ ਨਹੀਂ ਲਗਾਉਂਦੇ। ਇਹਦੇ ਵਿੱਚ ਲਾਈਨਸ ਬ੍ਰੇਕ ਕਰਨ ਵਾਸਤੇ, ਸਪੇਸਿੰਗ ਦੇਣ ਵਾਸਤੇ ਅਲੱਗ-ਅਲੱਗ ਤਰ੍ਹਾਂ ਦੇ ਟੈਗ ਜਿਹੜੇ ਆ ਉਹ ਅਵੇਲੇਬਲ ਹੁੰਦੇ ਆ।
ਹੁਣ ਆਪਾਂ ਫਿਲਹਾਲ ਆ ਬੇਸਿਕ ਟੈਗਸ ਲਿਖੇ ਸੀਗੇ। ਹੁਣ ਇਹਨਾਂ ਦੇ ਵਿੱਚ ਆਪਾਂ ਇੱਕ ਹੋਰ ਟੈਗ ਜਿਹਨੂੰ ਪੀ ਟੈਗ ਕਹਿੰਦੇ ਆ, ਪੈਰਾਗ੍ਰਾਫ ਟੈਗ, ਉਹ ਲਗਾਉਣ ਲੱਗੇ ਆ। ਹੁਣ ਮੈਂ ਆ ਇੰਨਾ ਜਿਹੜਾ ਆ ਉਹ ਇੱਕ ਪੈਰਾਗ੍ਰਾਫ ਬਣਾਉਣਾ ਚਾਹੁੰਦਾ, ਤੇ ਉਹਦੇ ਵਾਸਤੇ ਅਸੀਂ ਕੀ ਕੀਤਾ, ਇੱਥੇ ਪੀ ਸ਼ੁਰੂ ਤੇ ਇੱਥੇ ਪੀ ਬੰਦ। ਹੁਣ ਇੱਕ ਪੈਰਾਗ੍ਰਾਫ ਬਣਾਇਆ। ਹੁਣ ਬਣਾ ਕੇ ਆਪਾਂ ਫਾਈਲ ਤੇ ਜਾ ਕੇ ਸੇਵ ਤੇ ਕਲਿੱਕ ਕਰ ਦਿੱਤਾ। ਫਿਰ ਇੱਧਰ ਆਏ ਤੇ ਇੱਧਰ ਆ ਕੇ ਰੀਫਰੈਸ਼ ਤੇ ਕਲਿੱਕ ਕੀਤਾ। ਹੁਣ ਤੁਸੀਂ ਦੇਖੋਗੇ ਇੱਥੋਂ ਤੱਕ ਉਹ ਇੱਕ ਲਾਈਨ ਆ ਗਈ, ਮਤਲਬ ਇੱਕ ਪੈਰਾਗ੍ਰਾਫ ਆ ਗਿਆ, ਤੇ ਇੱਥੋਂ ਦੂਸਰਾ ਪੈਰਾਗ੍ਰਾਫ ਸ਼ੁਰੂ ਹੋ ਗਿਆ। ਠੀਕ ਆ, ਪੀ ਟੈਗ ਦਾ ਇਹ ਮਤਲਬ ਹੈ। ਹੁਣ ਜੇਕਰ ਆਪਾਂ ਇੱਥੇ ਕੁਝ ਜ਼ਿਆਦਾ ਟਾਈਪ ਕੀਤਾ ਹੋਵੇ, ਜਿੱਦਾਂ ਹੁਣ ਮੈਂ ਇਹਨੂੰ ਹੀ ਕਾਪੀ ਕਰ ਦਿੱਤਾ, ਉਹਨਾਂ ਨੂੰ ਕਾਪੀ ਕਰ ਦਿੱਤਾ, ਐਡਿਟ ਤੇ ਜਾ ਕੇ ਕਾਪੀ, ਫਿਰ ਪੇਸਟ, ਫਿਰ ਪੇਸਟ, ਮੈਂ ਕੰਟੈਂਟ ਵਧਾ ਲਿਆ। ਠੀਕ ਆ, ਹੁਣ ਆ ਇੱਥੋਂ ਪੀ ਟੈਗ ਸ਼ੁਰੂ ਤੇ ਪੀ ਟੈਗ ਬੰਦ। ਤੇ ਹੁਣ ਆਪਾਂ ਨੂੰ ਫਿਰ ਸੇਵ ਕੀਤਾ, ਫਿਰ ਇੱਧਰ ਆ ਕੇ ਰੀਫਰੈਸ਼ ਕੀਤਾ, ਤੇ ਆ ਦੇਖੋ ਆ ਇੱਕ ਪੈਰਾਗ੍ਰਾਫ ਬਣ ਚੁੱਕਾ ਹੋਇਆ। ਹੁਣ ਇੱਥੇ ਦੂਸਰਾ ਪੈਰਾਗ੍ਰਾਫ ਸ਼ੁਰੂ ਹੋ ਚੁੱਕਾ ਹੋਇਆ। ਹੁਣ ਦੂਸਰਾ ਪੈਰਾਗ੍ਰਾਫ ਸ਼ੁਰੂ ਕਰਨ ਵਾਸਤੇ ਫਿਰ ਦੁਬਾਰਾ ਅਸੀਂ ਇੱਥੇ ਕੀ ਕਰਾਂਗੇ, ਪੀ ਟੈਗ ਸ਼ੁਰੂ ਤੇ ਪੀ ਟੈਗ ਬੰਦ। ਇੱਥੋਂ ਦੂਸਰਾ ਪੈਰਾਗ੍ਰਾਫ ਸ਼ੁਰੂ ਹੋ ਗਿਆ। ਫਿਰ ਆਪਾਂ ਇੱਥੇ ਸੇਵ ਕਰਾਂਗੇ, ਸੇਵ ਕਰਕੇ ਫਿਰ ਇੱਧਰ ਆਵਾਂਗੇ ਤੇ ਇੱਥੇ ਰੀਫਰੈਸ਼ ਕਰਾਂਗੇ। ਠੀਕ ਆ, ਹੁਣ ਕੋਈ ਵੀ ਫਰਕ ਨਹੀਂ ਪਿਆ ਕਿਉਂਕਿ ਉਹ ਪਹਿਲਾਂ ਹੀ ਨਵੇਂ ਪੈਰਾਗ੍ਰਾਫ ਵਿੱਚ ਹੈ। ਠੀਕ ਆ, ਤੇ ਜੇਕਰ ਮੈਂ ਇੱਥੇ ਫਿਰ ਦੁਬਾਰਾ ਲਗਾ ਦਿੰਦਾ ਤੇ ਦੇਖੋ ਇੱਥੇ ਇੱਕ ਹੋਰ ਪੈਰਾਗ੍ਰਾਫ ਬਣ ਜਾਏਗਾ। ਹੁਣ ਮੈਂ ਇੱਥੇ ਆਹ ਲਾਈਨਾਂ ਜਿੱਥੇ ਖਤਮ ਹੋਈਆਂ, ਇੱਥੇ ਫਿਰ ਇੱਕ ਪੀ ਟੈਗ ਲਗਾ ਦਿੱਤਾ, ਪੀ ਟੈਗ ਸ਼ੁਰੂ ਅਤੇ ਪੀ ਟੈਗ ਬੰਦ। ਫਿਰ ਉਹਨੂੰ ਸੇਵ ਕੀਤਾ, ਸੇਵ ਕਰਨ ਤੋਂ ਬਾਅਦ ਫਿਰ ਇੱਧਰ ਆਏ ਤੇ ਰੀਫਰੈਸ਼ ਕੀਤਾ, ਤੇ ਦੇਖੋ ਇੱਥੇ ਫਿਰ ਲਾਈਨ ਬਦਲ ਗਈ। ਜਿੱਥੇ ਵੀ ਅਸੀਂ ਪੈਰਾਗ੍ਰਾਫ ਵਿੱਚ ਡਾਟਾ ਨੂੰ ਵੰਡਣਾ ਚਾਹੁੰਦੇ ਆ, ਉੱਥੇ ਆਪਾਂ ਕੀ ਲਗਾਵਾਂਗੇ, ਪੀ ਟੈਗ, ਪੈਰਾਗ੍ਰਾਫ ਟੈਗ। ਠੀਕ ਆ, ਪੀ ਤੋਂ ਸ਼ੁਰੂ। ਹੁਣ ਦੇਖੋ ਇੱਥੇ ਆਪਾਂ ਗਲਤੀ ਕਰ ਗਏ, ਇੱਥੇ ਪੀ ਸ਼ੁਰੂ ਕੀਤਾ ਪਰ ਪੀ ਬੰਦ ਨਹੀਂ ਕੀਤਾ। ਇਹ ਇਸ ਤਰੀਕੇ ਦੇ ਜਿਹੜੇ ਗਲਤੀਆਂ ਆ, ਇਹਨਾਂ ਨੂੰ ਧਿਆਨ ਵਿੱਚ ਰੱਖਣਾ ਕਿ ਜਿਸ ਸੀਕੁਐਂਸ ਵਿੱਚ ਆਪਾਂ ਲਗਾ ਰਹੇ ਆ ਉਸ ਸੀਕੁਐਂਸ ਲਗਾਉਣਾ। ਇੱਥੇ ਪੀ ਸ਼ੁਰੂ ਪੀ ਬੰਦ, ਸੇਵ ਤੇ ਬਾਅਦ ਵਿੱਚ ਜਾ ਕੇ ਰੀਫਰੈਸ਼। ਠੀਕ ਆ, ਇਹ ਟੈਗਸ ਦਾ ਜਦੋਂ ਤੁਹਾਨੂੰ ਮੈਂ ਦੱਸਿਆ ਵੀ ਸ਼ੁਰੂਆਤੀ ਟੈਗ ਅਤੇ ਬੰਦ ਟੈਗ ਜਿਹੜੇ ਆ ਉਹ ਇੱਕ ਸੀਕੁਐਂਸ ਵਿੱਚ ਆਉਣੇ ਚਾਹੀਦੇ। ਇਹ ਗਲਤੀਆਂ ਜਦੋਂ ਆਪਾਂ ਕਰਦੇ ਆ ਤਾਂ ਕਈ ਵਾਰੀ ਆਊਟਪੁੱਟ ਜਿਹੜੀ ਆ ਉਹ ਸਹੀ ਨਹੀਂ ਆਉਂਦੀ। ਠੀਕ ਆ, ਇਹ ਸਾਡਾ ਪੈਰਾਗ੍ਰਾਫ ਟੈਗ ਨੂੰ ਕਿਸ ਤਰੀਕੇ ਨਾਲ ਆਪਣੇ HTML ਪੇਜ ਵਿੱਚ ਯੂਜ਼ ਕਰ ਸਕਦੇ ਆ, ਉਹਦੇ ਬਾਰੇ ਤੁਹਾਨੂੰ ਦੱਸਿਆ ਗਿਆ।